हैदराबाद का एजेंट है, पंजाब दे विचों धीआं चुकदा पिया और बाहर लिजा के उन्होंने वेचदा पिया। ਉਹਨੂੰ ਇੱਕ ਕਮਰੇ ਦੇ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਹੈ। ਇੱਕ ਅੱਧੇ ਦਿਨ ਦੇ ਵਿੱਚ ਵੇਚ ਦੇਣਾ ਸੀਗਾ ਕਿਸੇ ਸ਼ੇਖ ਦੇ ਘਰੇ ਉਹਨੇ ਹੋਣਾ ਸੀਗਾ ਔਰ ਕਿਸ ਤਰੀਕੇ ਦੇ ਨਾਲ ਉਹਦੀ ਆਬਰੂ ਦੇ ਨਾਲ ਖਿਲਵਾੜ ਹੋਣਾ ਸੀਗਾ। तू मेकअप नहीं करती है, तू मेकअप किया कर, अच्छा लगता है तेरे पे, मैं ला कर दूंगी। मैं जी सिंपल कुड़ी हां ते मैं हमेशा सिंपल ही रहंदी सी। ਤਾਂ ਉਸਨੇ ਸਭ ਤੋਂ ਪਹਿਲਾਂ ਲੋਕੇਸ਼ਨ ਸ਼ੇਅਰ ਕੀਤੀ ਤੇ ਹੌਸਲਾ ਦੇਖੋ ਤੇ ਕੁੜੀ ਉੱਥੋਂ ਨਿਕਲ ਜਾਂਦੀ ਹੈ। ਇਹ ਪੰਜਾਬ ਦੀ ਸਭ ਤੋਂ ਵੱਡੀ ਖਬਰ ਹੋਣੀ ਚਾਹੀਦੀ ਸੀ ਇਸ ਵਕਤ ਮੌਕੇ ਤੇ। ਸਾਡੀ ਪੰਜਾਬ ਦੀ ਧੀ ਨੂੰ ਬਾਹਰ ਲਿਜਾ ਕੇ ਬਾਜ਼ਾਰਾਂ ਦੇ ਵਿੱਚ ਵੇਚਣ ਦੀ ਜਿਹੜੀ ਸਾਜ਼ਿਸ਼ ਸੀ ਉਹ ਬੇਨਕਾਬ ਵੀ ਹੋਈ ਹੈ ਔਰ ਉਹ ਫੇਲ ਵੀ ਹੋਈ ਹੈ। ਭਾਈ ਜੀ ਮੈਨੂੰ ਬਾਈ ਨੇ ਲੈ ਲਿਆ, ਹੁਣ ਤੁਸੀਂ ਨਾ ਘਰੇ ਦੱਸ ਦਿਓ, ਘਰੇ ਇਨਫੋਰਮੇਸ਼ਨ ਕਰ ਦਿਓ। ਲੇਕਿਨ ਇੱਥੇ ਨਿਮਰਤ ਕੌਰ ਹੋਰਾਂ ਦਾ ਜ਼ਿਕਰ ਕਰਨਾ ਇਸ ਕਰਕੇ ਬਣ ਜਾਂਦਾ ਕਿਉਂਕਿ ਨਿਮਰਤ ਕੌਰ ਇਸੇ ਹੀ ਕੁੜੀ ਦੇ ਲਈ, ਅੰਮ੍ਰਿਤਪਾਲ ਕੌਰ ਦੇ ਲਈ ਖੜੀ ਹੋਈ ਹੈ। ਮੈਨੂੰ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਂ ਵਾਪਸ ਜਾਣਾ ਹੈ? ਹਾਂ ਮੈਂ ਕਿਹਾ ਸੀਗਾ ਜੀ ਵਾਪਸ ਜਾਣਾ, ਉਹਨਾਂ ਨੇ ਮੈਨੂੰ ਬਲੈਕਮੇਲ ਕੀਤਾ ਮੈਨੂੰ ਕਿ ਇਹੋ ਹੀ ਨਿਮਰਤ ਕੌਰ ਹੈ ਜਿਸ ਨੂੰ ਰੋਜ਼ ਟ੍ਰੋਲ ਕੀਤਾ ਜਾਂਦਾ ਹੈ। ਪੰਜਾਬ ਦੀਆਂ ਸਾਡੀਆਂ ਧੀਆਂ ਨੇ ਉਹਨਾਂ ਨੂੰ ਕਿਵੇਂ ਬੇਵਕੂਫ ਬਣਾ ਕੇ, ਮੂਰਖ ਬਣਾ ਕੇ ਇੱਥੋਂ ਏਜੰਟ ਚੁੱਕਦੇ ਨੇ ਔਰ ਚੁੱਕ ਕੇ ਬਾਹਰ ਵੇਚ ਦਿੰਦੇ ਨੇ ਜੀ। ਫਿਰ ਉਹਨਾਂ ਨੇ ਮੇਰਾ ਬਿਜ਼ਨਸ ਸਟਾਰਟ ਕਰ ਦਿੱਤਾ, ਕੰਟੈਕਟ ਕਰਨਾ। ਮੈਂ ਰੋ ਕੇ ਸਾਰੀ ਰਾਤ ਕੱਢਦੀ ਸੀ ਜੀ, ਰੋ ਕੇ। ਮੈਨੂੰ ਕਹਿੰਦੇ 700 ਰਿਆਲ ਭਰ ਦੋ ਇਧਰਲਾ ਤੇ ਆਪਦੇ ਤੂੰ ਜਿੱਥੇ ਜਾਣਾ ਜਾ ਪੈ। ਜਿਵੇਂ ਪਹਿਲਾਂ ਅਬਦਾਲੀ ਦੇ ਬਾਜ਼ਾਰਾਂ ਦੇ ਵਿੱਚ ਸਾਡੀਆਂ ਕੁੜੀਆਂ ਨੂੰ ਸਰੇਆਮ ਸਰੇ ਬਾਜ਼ਾਰ ਵੇਚਿਆ ਜਾਂਦਾ ਸੀ, ਅੱਜ ਇੱਕ ਹੋਰ ਤੌਰ ਤਰੀਕੇ ਨਾਲ, ਇੱਕ ਹੋਰ ਟਕਵੰਜ ਦੇ ਨਾਲ ਸਾਡੀਆਂ ਕੁੜੀਆਂ ਨੂੰ ਉੱਥੇ ਵਿਕਣ ਲਈ ਜਾਂ ਵੇਚਣ ਲਈ ਸਿਸਟਮ ਮਜਬੂਰ ਕਰ ਰਿਹਾ ਹੈ। ਜ਼ਿੰਦਗੀ ਜਿਉਣ ਦੇ ਸੁਪਨੇ ਬੰਦੇ ਨੂੰ ਕੀ ਤੋਂ ਕੀ ਨਹੀਂ ਬਣਾ ਦਿੰਦੇ, ਬੰਦੇ ਤੋਂ ਕੀ ਕੁਝ ਨਹੀਂ ਕਰਵਾ ਦਿੰਦੇ। ਆਪਰੇਸ਼ਨ ਅੰਮ੍ਰਿਤਪਾਲ ਕੌਰ ਹੋਇਆ, ਕੁੜੀ ਓਮਾਨ ਤੋਂ ਵਾਪਸ ਆਈ ਹੈ। ਵਾਪਸ ਆਉਣ ਦੇ ਕੀ ਢੰਗ ਤਰੀਕੇ ਸੀ ਔਰ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਇਸ ਖਾਸ ਗੱਲਬਾਤ ਦੇ ਵਿੱਚ ਕਰਾਂਗੇ। ਵਿਲੇਜ ਰੱਤਾ ਖੇੜਾ, ਪਿੰਡ ਰੱਤਾ ਖੇੜਾ ਫਿਰੋਜ਼ਪੁਰ ਦੇ ਵਿੱਚ ਪੈਂਦਾ। ਫਿਰੋਜ਼ਪੁਰ ਦੀ ਇੱਕ ਮੱਧ ਵਰਗੀ ਪਰਿਵਾਰ ਦੀ ਕੁੜੀ ਆਪਣੀ ਜ਼ਿੰਦਗੀ ਦੇ ਸੁਨਹਿਰੀ ਭਵਿੱਖ ਨੂੰ ਲੈ ਕੇ ਜਦੋਂ ਓਮਾਨ ਜਾਂਦੀ ਹੈ, ਉੱਥੇ ਮਸਕਟ ਦੇ ਵਿੱਚ ਜਾ ਕੇ ਉਹਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਗਲਤ ਹੱਥਾਂ ਦੇ ਵਿੱਚ ਵੇਚ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਸਾਡੇ ਸੰਪਰਕ ਦੇ ਵਿੱਚ ਆਉਂਦੀ ਹੈ। ਸੰਪਰਕ ਤੋਂ ਬਾਅਦ ਮੈਂ ਖੁਦ ਇੱਕ ਟਵੀਟ ਕਰਦਾ ਔਰ ਵਿਦੇਸ਼ ਮੰਤਰਾਲੇ ਨੂੰ, ਐਮਈਏ ਨੂੰ ਉਹਦੇ ਵਿੱਚ ਟੈਗ ਕਰਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਸ ਕੁੜੀ ਨਾਲ ਖਾਸ ਗੱਲਬਾਤ ਉੱਥੋਂ ਹੁੰਦੀ ਹੈ ਤੇ ਕੁੜੀ ਕਹਿੰਦੀ ਹੈ ਕਿ ਸ਼ਾਇਦ ਮੈਂ ਨਾ ਬਚ ਸਕਾਂ ਪਰ ਮੇਰੀ ਆਵਾਜ਼ ਨੂੰ ਜ਼ਰੂਰ ਬਚਾ ਲਿਓ। ਮੈਂ ਕੁਝ ਐਵੀਡੈਂਸ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਤੇ ਕੁਝ ਦਿਖਾਣੇ ਚਾਹੁੰਦਾ ਕਿ ਕਿਵੇਂ ਜਿਹੜਾ ਹੈ ਉਹ ਕੁੜੀ ਉੱਥੋਂ ਹਮੇਸ਼ਾ ਆਪਣੇ ਲੋਕੇਸ਼ਨ ਜਿਹੜੀ ਆ ਪਲ ਪਲ ਦੀ ਸ਼ੇਅਰ ਕਰਦੀ ਰਹੀ। ਨਾਮ ਅੰਮ੍ਰਿਤਪਾਲ ਕੌਰ ਹੈ, ਹੁਣ ਵਤਨ ਪਰਤ ਆਈ ਹੈ ਤੇ ਜਦੋਂ ਉਸ ਨੂੰ ਲੱਗਿਆ ਕਿ ਉਸ ਨਾਲ ਕੁਝ ਗਲਤ ਹੋਣ ਵਾਲਾ ਤਾਂ ਉਸਨੇ ਸਭ ਤੋਂ ਪਹਿਲਾਂ ਲੋਕੇਸ਼ਨ ਸ਼ੇਅਰ ਕੀਤੀ ਤੇ ਹੌਸਲਾ ਦੇਖੋ ਤੇ ਕੁੜੀ ਉੱਥੋਂ ਨਿਕਲ ਜਾਂਦੀ ਹੈ। ਉਸ ਤੋਂ ਬਾਅਦ ਉਸਨੇ ਆਪਣੇ ਜਿਹੜੇ ਉੱਥੋਂ ਦੇ ਐਡਰੈਸ ਸੀਗਾ, ਉਸ ਤੋਂ ਇਲਾਵਾ ਜਿਹੜੇ ਉਹਦੇ ਪਾਸਪੋਰਟ ਸੀਗੇ, ਉਸ ਨੇ ਸਾਰੇ ਜਿਹੜੇ ਆ ਉਹ ਸ਼ੇਅਰ ਕੀਤੇ ਤਾਂ ਜੋ ਕਿ ਉਸ ਨਾਲ ਕੁਝ ਵੀ ਹੋਵੇ ਉਹ ਸਾਹਮਣੇ ਆ ਜਾਵੇ। ਹੁਣ ਗੱਲ ਇਹ ਆ ਕਿ ਅੰਮ੍ਰਿਤਪਾਲ ਕੌਰ ਵਾਪਸ ਆ ਗਈ ਪਰ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਵਾਪਸ ਨਹੀਂ ਆਉਂਦੀਆਂ। ਇਹ ਕੁੜੀਆਂ ਕਿਉਂ ਤੇ ਕਿਵੇਂ ਜਾਂਦੀਆਂ ਨੇ, ਇਹਦੇ ਪਿੱਛੇ ਕੀ ਕਾਰਨ ਰਹਿੰਦੇ ਆ? ਗੁਰਬਤ ਦੇ ਵਿੱਚ ਅਜਿਹੀਆਂ ਕਿਹੜੀਆਂ ਇੱਥੇ ਬਹੁਤ ਸਾਰੀਆਂ ਸੌੜੀ ਸਿਆਸਤ 'ਚੋਂ ਉਪਜੀਆਂ ਮਜਬੂਰੀਆਂ, ਦੁਸ਼ਵਾਰੀਆਂ ਹੁੰਦੀਆਂ ਨੇ ਕਿ ਬਹੁਤ ਸਾਰੇ ਸਮਝੌਤੇ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਜਾਣਾ ਪੈਂਦਾ ਹੈ ਜਿੱਥੇ ਉਹ ਆਪਣੇ ਚੰਮ ਦੀ ਚਲਾਉਂਦੇ ਆ ਤੇ ਫਿਰ ਹਤਾਸ਼ ਹੋਣਾ ਪੈਂਦਾ। ਬਹੁਤ ਸਾਰੇ ਲੋਕ ਅਜਿਹੇ ਮਾਹੌਲ 'ਚ ਦਮ ਵੀ ਤੋੜ ਦਿੰਦੇ ਆ ਤੇ ਅੰਮ੍ਰਿਤਪਾਲ ਕੌਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਦੇ ਹੌਸਲੇ ਨੂੰ ਦਾਤ ਦਿੱਤੀ ਜਾਂਦੀ ਹੈ ਕਿ ਜਿਹੜੀ ਉੱਥੋਂ ਕੁੜੀ ਭੱਜ ਕੇ ਵਾਪਸ ਵਤਨ ਪਰਤਣ ਦੇ ਵਿੱਚ ਕਾਮਯਾਬ ਹੋਈ ਆ। ਉਸ ਨਾਲ ਰੋਜ਼ਾਨਾ ਸਪੋਕਸਮੈਨ ਨੇ ਖਾਸ ਗੱਲਬਾਤ ਵੀ ਕੀਤੀ ਹੈ। ਜਿਵੇਂ ਅਕਸਰ ਇੱਕ ਰਿਪੋਰਟ ਲੈ ਕੇ ਤੁਹਾਡੇ ਅਸੀਂ ਸਨਮੁਖ ਹੁੰਦੇ ਹਾਂ, ਮੈਂ ਤੇ ਮੇਰੇ ਨਾਲ ਲੰਕੇਸ਼ ਹੁੰਦੇ। ਲੰਕੇਸ਼ ਫੇਰ ਸਾਡੇ ਨਾਲ ਅੱਜ ਇਸ ਗੱਲਬਾਤ ਦੇ ਵਿੱਚ ਹੈ। ਲੰਕੇਸ਼, ਪਹਿਲੀ ਗੱਲ ਤਾਂ ਇਸ ਕੁੜੀ ਦੇ ਹੌਸਲੇ ਨੂੰ ਦਾਤ ਦੇਣੀ ਬਣਦੀ ਹੈ ਕਿ ਕੁੜੀ ਉੱਥੋਂ ਪਰਤ ਆਈ, ਪਰ ਗੱਲ ਮਜਬੂਰੀਆਂ ਦੀ, ਦੁਸ਼ਵਾਰੀਆਂ ਦੀ, ਸੌੜੀ ਸਿਆਸਤਾਂ। ਨਵਜੋਤ, ਪਹਿਲੀ ਗੱਲ ਤਾਂ ਇਹ, ਜਿਸ ਖਬਰ ਤੋਂ ਪੰਜਾਬੀ ਇਸ ਵਕਤ ਬੇਖਬਰ ਨੇ, ਇਹ ਪੰਜਾਬ ਦੀ ਸਭ ਤੋਂ ਵੱਡੀ ਖਬਰ ਹੋਣੀ ਚਾਹੀਦੀ ਸੀ ਇਸ ਵਕਤ ਮੌਕੇ ਤੇ ਕਿਉਂਕਿ ਅੰਮ੍ਰਿਤਪਾਲ ਕੌਰ ਸਾਡੀ ਪੰਜਾਬ ਦੀ ਧੀ ਨੂੰ ਬਾਹਰ ਲਿਜਾ ਕੇ ਬਾਜ਼ਾਰਾਂ ਦੇ ਵਿੱਚ ਵੇਚਣ ਦੀ ਜਿਹੜੀ ਸਾਜ਼ਿਸ਼ ਸੀ ਉਹ ਬੇਨਕਾਬ ਵੀ ਹੋਈ ਹੈ ਔਰ ਉਹ ਫੇਲ ਵੀ ਹੋਈ ਹੈ। ਔਰ ਕੁੜੀ ਕਿਸ ਤਰੀਕੇ ਦੇ ਨਾਲ ਪਹਿਲਾਂ ਉਹਨੂੰ ਝਾਂਸੇ ਦੇ ਵਿੱਚ ਲਿੱਤਾ ਜਾਂਦਾ, ਇੱਕ ਪੂਰੀ ਪਲੈਨਿੰਗ ਹੁੰਦੀ ਹੈ, ਇੱਕ ਪੂਰੀ ਪਲੋਟਿੰਗ ਹੁੰਦੀ ਹੈ
ਉਹਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਹੈ, ਉਹਦੇ ਖੁਆਬ ਜਿਹੜੇ ਹੁੰਦੇ ਅੰਦਰ ਜਗਾਏ ਜਾਂਦੇ ਆ, ਉਹਨੂੰ ਦੱਸਿਆ ਜਾਂਦਾ ਕਿ ਤੂੰ ਤਮਾਮ ਇੰਨੇ ਪੈਸੇ ਖਰਚ ਕਰ, ਤੈਨੂੰ ਉੱਥੇ ਭੇਜ ਦਿਆਂਗੇ। ਉਹਦੇ ਕੋਲੋਂ ਵੀਡੀਓਜ਼ ਬਣਵਾਈਆਂ ਜਾਂਦੀਆਂ ਨੇ। ਉਸ ਵੀਡੀਓਜ਼ ਦੇ ਵਿੱਚ ਉਹ ਕੁੜੀ ਕਹਿੰਦੀ ਹੈ ਕਿ ਮੈਂ ਰੋਟੀ ਪਾਣੀ ਵੀ ਕਰ ਲੈਂਦੀ ਹਾਂ, ਮੈਂ ਝਾੜੂ ਪੋਚਾ ਵੀ ਕਰ ਲੈਂਦੀ ਹਾਂ, ਮੈਂ ਘਰ ਦਾ ਧਿਆਨ ਵੀ ਰੱਖ ਲੈਂਦੀ ਹਾਂ। ਉਹ ਵੀਡੀਓਜ਼ ਉਹ ਏਜੰਟ ਆਪਣੇ ਕੋਲ ਰੱਖਦਾ, ਹੈਦਰਾਬਾਦ ਦਾ ਏਜੰਟ ਹੈ, ਪੰਜਾਬ ਦੇ ਵਿੱਚੋਂ ਧੀਆਂ ਚੁੱਕਦਾ ਪਿਆ ਔਰ ਬਾਹਰ ਲਿਜਾ ਕੇ ਉਹਨਾਂ ਨੂੰ ਵੇਚਦਾ ਪਿਆ। ਇਹਦੇ 'ਚ ਸਭ ਤੋਂ ਵੱਡੀ ਖਾਮੀ ਸਾਡੇ ਸਿਸਟਮ ਦੀ ਨਵਜੋਤ ਇਹ ਹੈਗੀ ਹੈ ਕਿ ਅਸੀਂ ਭੋਲੇ ਭਾਲੇ ਪੰਜਾਬੀ, ਅਸੀਂ ਇਨੋਸੈਂਟ ਪੰਜਾਬੀ, ਅਸੀਂ ਮਾਸੂਮ ਪੰਜਾਬੀ ਇਹਨਾਂ ਦੀਆਂ ਗੱਲਾਂ 'ਚ ਵੀ ਆਨੇ ਪਿਆ, ਕਿਉਂਕਿ ਸਾਡੇ ਖੁਆਬ ਬਹੁਤ ਵੱਡੇ ਨੇ, ਬਹੁਤ ਉੱਚੇ ਉੱਚੇ ਖੁਆਬ ਅਸੀਂ ਵੇਖਦੇ ਹਾਂ। ਅੰਮ੍ਰਿਤਪਾਲ ਪੰਜਾਬ ਦੇ ਫਿਰੋਜ਼ਪੁਰ ਡਿਸਟ੍ਰਿਕਟ ਤੋਂ ਪਿੰਡ ਰੱਥਾ ਖੇੜਾ ਤੋਂ ਬਾਹਰ ਪਹੁੰਚ ਜਾਂਦੀ ਹੈ ਔਰ ਉੱਥੇ ਉਹਨੂੰ ਇੱਕ ਕਮਰੇ ਦੇ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਹੈ। ਲੇਕਿਨ ਉਹ ਕੁੜੀ ਦੇ ਹੌਸਲਿਆਂ ਨੂੰ ਦਾਤ ਦੇਣੀ ਪਏਗੀ ਨਵਜੋਤ, ਕਿਉਂਕਿ ਉਸ ਕੁੜੀ ਨੇ ਤੁਹਾਡੇ ਤੱਕ ਵੀ ਪਹੁੰਚ ਕੀਤੀ। ਉਸ ਕੁੜੀ ਦੀ ਇੰਟਰਵਿਊ ਹੁਣ ਥੋੜੀ ਦੇਰ ਬਾਅਦ ਸਾਡੇ ਚੈਨਲ ਤੇ ਚੱਲੇਗੀ, ਜਿਹਦੇ ਵਿੱਚ ਉਹਨੇ ਖਾਸ ਤੌਰ ਤੇ ਸਾਡੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਹੋਰਾਂ ਦੇ ਨਾਲ ਗੱਲਬਾਤ ਵੀ ਕੀਤੀ ਔਰ ਉਹਨੇ तमाम ਆਪਣੀ ਉਹ ਕਹਾਣੀ ਔਨ ਰਿਕਾਰਡ ਸਾਡੇ ਨਾਲ ਸਾਂਝੀ ਕੀਤੀ। ਔਰ ਇਹ ਸਾਂਝੀ ਕਰਨ ਦੇ ਪਿੱਛੇ ਨਵਜੋਤ ਜੋ ਕਾਰਨ ਹੈਗਾ ਉਹਦਾ ਇਹ ਸੀਗਾ ਕਿ ਹੋਰ ਜਿਹੜੀਆਂ ਭੋਲੀਆਂ ਭਾਲੀਆਂ ਕੁੜੀਆਂ ਸਾਡੇ ਪੰਜਾਬ ਦੀਆਂ ਧੀਆਂ ਹੈਗੀਆਂ ਨੇ ਉਹ ਸ਼ਿਕਾਰ ਨਾ ਬਣਨ। ਬਿਲਕੁਲ ਬਿਲकुल ਚਾਹੀਏ ਤਾਂ ਅਸੀਂ ਮੈਂ ਉਹਨਾਂ ਆਡੀਓਜ਼ ਦਾ ਜ਼ਿਕਰ ਕਰ ਸਕਦਾ ਜਿਹੜਾ ਕਿ ਕੁੜੀ ਨੇ ਉੱਥੋਂ ਆਡੀਓਜ਼ ਭੇਜੀਆਂ, ਉਹਨੇ ਜਿਹੜੇ ਉੱਥੋਂ ਵਾਇਸ ਨੋਟਸ ਭੇਜੇ, ਪਰ ਮੈਨੂੰ ਲੱਗਦਾ ਨਹੀਂ ਕਿ ਲੰਕੇਸ਼ ਇਸ ਮੌਕੇ ਤੇ ਸਾਨੂੰ ਸਾਂਝੇ ਕਰਨੇ ਚਾਹੀਦੇ ਆ, ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਸ ਦਾ ਉਹਨੇ ਜ਼ਿਕਰ ਕੀਤਾ। ਪਰ ਇਹਦੇ 'ਚ ਮੈਂ ਇੱਕ ਗੱਲ ਦੇਖਦਾ, ਅੱਜ ਲੇਬਰ ਡੇ ਦੇ ਮੌਕੇ ਦੇ ਉੱਤੇ ਜਦੋਂ ਅਸੀਂ ਮਜ਼ਦੂਰਾਂ ਦੇ ਹੱਕ ਹਕੂਕਾਂ ਦੀ ਬਾਤ ਕਰਦੇ ਹੋਏ ਬਹੁਤ ਸਾਰੀਆਂ ਗੱਲਾਂ ਕਰ ਰਹੇ ਆ, ਪਰ ਸਾਨੂੰ ਇਹ ਗੱਲ ਸਮਝਣੀ ਹੋਏਗੀ, ਸਾਨੂੰ ਇਸ ਗੱਲ ਦੇ ਉੱਤੇ ਜ਼ਰੂਰ ਪਹਿਰਾ ਦੇ ਕੇ ਇੱਥੇ ਇੱਕ ਸੋਚ ਪਰਪੱਕ ਕਰਨੀ ਹੋਏਗੀ ਕਿ ਇਹ ਕੁੜੀਆਂ ਜਾਂਦੀਆਂ ਕਿਉਂ ਨੇ, ਇਹਨਾਂ ਲਈ ਅਜਿਹੇ ਹਾਲਾਤ ਕਿਉਂ ਪੈਦਾ ਹੋ ਰਹੇ ਨੇ ਕਿ ਘਰਾਂ ਦੀਆਂ ਕੁੜੀਆਂ ਜਿਨ੍ਹਾਂ ਨੂੰ ਸਮੇਂ ਦੀਆਂ ਕੋਈ ਨਜ਼ਰਾਂ, ਸਮੇਂ ਦੇ ਕਈ ਬੋਲ ਤੇ ਸਮੇਂ ਦੇ ਕਈ ਇਸ਼ਾਰੇ ਘਰ ਦੀ ਦਹਲੀਜ਼ ਨਹੀਂ ਸੀ ਟੱਪਣ ਦਿੰਦੇ, ਹੁਣ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਟਪਾਈਆਂ ਜਾਂਦੀਆਂ ਨੇ। ਕਿਹੜੇ ਦਿਲ ਦੇ ਉੱਤੇ ਪੱਥਰ ਰੱਖ ਕੇ ਜਿਹੜਾ ਹੱਦਾਂ ਸਰਹੱਦਾਂ ਕੁੜੀਆਂ ਟੱਪਦੀਆਂ ਹੋਣਗੀਆਂ ਤੇ ਉਸ ਤੋਂ ਬਾਅਦ ਅਜਿਹਾ ਕਿਹੜਾ ਉੱਥੇ ਸਲੂਕ ਹੁੰਦਾ ਹੋਊਗਾ ਜਿਸ ਤੋਂ ਬਾਅਦ ਉੱਥੋਂ ਵੀ ਵਾਪਸ ਭੱਜਣ ਦੀ ਜਿਹੜੀ ਨੌਬਤ ਆਉਂਦੀ ਹੈ, ਕਿਉਂਕਿ ਇੱਥੇ ਜਿਹੜੀ ਕਿਰਤ ਦੀ ਲੁੱਟ ਹੈ, ਇੱਥੇ ਜਿਹੜੀ ਸਮੇਂ ਦੀ ਲੁੱਟ ਹੈ, ਇੱਥੇ ਜਿਹੜੀ ਉਸ ਦੇ ਮਾੜੇ ਸਿਸਟਮ ਦੇ ਕਰਕੇ ਉਸ ਦੇ ਪੱਲੇ ਉਹਦਾ ਮਿਹਨਤਾਨਾ ਨਹੀਂ ਪੈਂਦਾ। ਇਸੇ ਮਜਬੂਰੀਆਂ ਦੁਸ਼ਵਾਰੀਆਂ ਕਰਕੇ ਲੋਕ ਕਿਸੇ ਵੀ ਹੀਲੇ, ਕਿਸੇ ਵੀ ਆਸਰੇ ਬਾਹਰ ਜਾਣਾ ਲੋਚਦੇ ਆ, ਭਾਵੇਂ ਉਹਨਾਂ ਨੂੰ ਨਹੀਂ ਪਤਾ ਕਿ ਹਾਲਾਤ ਕੀ ਹੈ। ਹਾਲਾਂਕਿ ਇਹ ਤਾਂ ਇੱਕ ਅੰਮ੍ਰਿਤਪਾਲ ਕੌਰ ਦੀ ਕਹਾਣੀ ਹੈ, ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਜਿਹੀ ਹੋਰ ਵੀ ਕੁੜੀਆਂ ਸਾਡੀ ਇਸ ਇੰਟਰਵਿਊ ਤੋਂ ਬਾਅਦ ਸਾਡੇ ਨਾਲ ਰਾਬਤਾ ਕਰਨਗੀਆਂ ਜਿਹੜੀਆਂ ਕਿ ਉੱਥੇ ਬੁਰੀ ਤਰ੍ਹਾਂ ਫਸੀਆਂ ਹੋਈਆਂ ਨੇ। ਔਰ ਇਹ ਕੁਝ ਹੋਰ ਗੱਲਾਂ ਵੀ ਨੇ ਜਿਹੜੀਆਂ ਕਿ ਅੰਮ੍ਰਿਤਪਾਲ ਦੀਆਂ ਕੁਝ ਖੋਲ੍ਹਣੀਆਂ ਸਾਂਝੀਆਂ ਕਰਨੀਆਂ ਨੇ, ਪਰ ਅਗਲੇ ਇੱਕ ਪੜਾਅ ਦੇ ਵਿੱਚ ਅੰਮ੍ਰਿਤਪਾਲ ਕੌਰ ਦੇ ਇਸੇ ਨੂੰ ਲੈ ਕੇ ਉਹ ਜ਼ਰੂਰ ਕਰਾਂਗੇ ਕਿ ਉਸ ਨੂੰ ਅਸੀਂ ਵਿਚਾਰਾਂਗੇ ਕਿ ਉਹ ਚੀਜ਼ਾਂ ਲੋਕਾਂ ਦੇ ਵਿੱਚ ਲੈ ਕੇ ਆਈਆਂ ਜਾ ਸਕਦੀਆਂ ਜਾਂ ਨਹੀਂ ਲੈ ਕੇ ਜਾਈਆਂ। ਨਵਜੋਤ, ਮੈਂ ਤਾਂ ਇਹ ਸੋਚਦਾ ਪਿਆ ਜਿਹੜਾ ਇਹ ਆਪਰੇਸ਼ਨ ਅੰਮ੍ਰਿਤਪਾਲ ਕੌਰ ਚੱਲਿਆ ਹੈਗਾ, ਟਵੀਟ ਹੁੰਦੇ ਆ, ਤੁਸੀਂ ਵੀ ਟਵੀਟ ਕਰਦੇ ਹੋ, ਪਿੰਡ ਦਾ ਸਰਪੰਚ ਵੀ ਟਵੀਟ ਕਰਦਾ ਹੈ, ਔਰ ਇਹ ਟਵੀਟ ਹੋਣ ਤੋਂ ਬਾਅਦ ਲਾਈਕਸ ਵੱਜਦੇ ਨੇ, ਉਸ ਟਵੀਟ ਨੂੰ ਰੀਟਵੀਟ ਵੀ ਕੀਤਾ ਜਾਂਦਾ ਹੈ। ਵੱਡੇ ਵੱਡੇ ਜਿਹੜੇ ਵੈਲ ਨੋਨ ਪਬਲਿਕ ਫੇਸਿਸ ਨੇ ਉਹ ਵੀ ਉਸ ਚੀਜ਼ ਨੂੰ ਰੀਟਵੀਟ ਕਰਦੇ ਨੇ, ਲੇਕਿਨ ਕੰਨਾਂ ਤੇ ਜੂੰ ਨਹੀਂ ਸਰਕਦੀ। ਔਰ ਇੱਥੇ ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਨਵਜੋਤ, ਕਿਉਂਕਿ ਸਾਡੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਔਰ ਤੁਹਾਡਾ ਵੀ ਇੱਕ ਅਹਿਮ ਭੂਮਿਕਾ ਤੁਸੀਂ ਵੀ ਨਿਭਾਈ ਹੈ, ਇੱਕ ਤੁਸੀਂ ਜ਼ਰੀਆ ਬਣੇ ਹੋ। ਅਸੀਂ ਕਹਿੰਦੇ ਆ ਕਿ ਅਕਾਲ ਪੁਰਖ ਨਾਲ ਸੀਗਾ, ਉਸ ਕੁੜੀ ਦੀ ਕਿਸਮਤ ਉਹਨੂੰ ਇੱਥੋਂ ਤੱਕ ਲੈ ਕੇ ਆਈ ਹੈ ਵਾਪਸ, ਨਹੀਂ ਤਾਂ ਉਹਨੂੰ ਇੱਕ ਅੱਧੇ ਦਿਨ ਦੇ ਵਿੱਚ ਵੇਚ ਦੇਣਾ ਸੀਗਾ, ਕਿਸੇ ਸ਼ੇਖ ਦੇ ਘਰੇ ਉਹਨੇ ਹੋਣਾ ਸੀਗਾ। ਔਰ ਕਿਸ ਤਰੀਕੇ ਦੇ ਨਾਲ ਉਹਦੀ ਆਬਰੂ ਦੇ ਨਾਲ ਖਿਲਵਾੜ ਹੋਣਾ ਸੀਗਾ, ਇਹ ਤੁਹਾਡੇ ਤੋਂ ਵੀ ਨਹੀਂ ਲੁਕਿਆ, ਮੇਰੇ ਤੋਂ ਵੀ ਨਹੀਂ ਲੁਕਿਆ, ਤੁਹਾਡੇ ਕੋਲੋਂ ਇਸ ਕਰਕੇ ਨਹੀਂ ਲੁਕਿਆ, ਤੁਸੀਂ ਪਤਾ ਨਹੀਂ ਕਿੰਨੀਆਂ ਹੀ ਡਿਬੇਟਾਂ ਇਸ ਟੌਪਿਕ ਤੇ ਕਰ ਚੁੱਕੇ ਹੋਏ ਹੋ ਨਵਜੋਤ। ਲੇਕਿਨ ਇੱਥੇ ਨਿਮਰਤ ਕੌਰ ਹੋਰਾਂ ਦਾ ਜ਼ਿਕਰ ਕਰਨਾ ਇਸ ਕਰਕੇ ਬਣ ਜਾਂਦਾ ਕਿਉਂਕਿ ਨਿਮਰਤ ਕੌਰ ਇਸੇ ਹੀ ਕੁੜੀ ਦੇ ਲਈ, ਅੰਮ੍ਰਿਤਪਾਲ ਕੌਰ ਦੇ ਲਈ ਖੜੀ ਹੋਈ ਹੈ। ਦਿੱਲੀ ਦੇ ਵਜ਼ੀਰਾਂ ਦੇ ਨਾਲ, ਪੰਜਾਬ ਦੇ ਮਿਨਿਸਟਰਾਂ ਦੇ ਨਾਲ ਲਗਾਤਾਰ ਫੋਨ ਦੇ ਉੱਤੇ ਗੱਲਬਾਤ ਹੁੰਦੀ ਰਹੀ ਹੈ, ਲਗਾਤਾਰ ਮੈਸੇजेस ਐਕਸਚੇਂਜ ਹੁੰਦੇ ਰਹੇ ਹੈ। ਮੈਂ ਗੱਲ ਇਸ ਕਰਕੇ ਕਹਿਣਾ ਪਿਆ ਕਿਉਂਕਿ ਇਹੋ ਹੀ ਨਿਮਰਤ ਕੌਰ ਹੈ ਜਿਸ ਨੂੰ ਰੋਜ਼ ਟਰੋਲ ਕੀਤਾ ਜਾਂਦਾ ਹੈ। ਅੱਜ ਉਹ ਚਿਹਰੇ ਕਿੱਥੇ ਨੇ? ਉਹਨਾਂ ਤੱਕ ਵੀ ਇਹ ਖਬਰ ਪਹੁੰਚੀ ਸੀਗੀ ਜਿਹੜੇ ਰੋਜ਼ ਟਰੋਲ ਕਰਦੇ ਨੇ, ਲੇਕਿਨ ਅੰਮ੍ਰਿਤਪਾਲ ਕੌਰ ਨੂੰ ਬਚਾਉਣ ਦੇ ਲਈ ਕੌਣ ਅੱਗੇ ਆਇਆ? ਕਿਹਦੀਆਂ ਰਾਤਾਂ ਦੀਆਂ ਨੀਂਦਾਂ ਉੱਡੀਆਂ। ਉਹ ਰਿਕਾਰਡਿੰਗਾਂ ਜਦੋਂ ਤੁਸੀਂ ਸੁਣੋਗੇ ਨਾ, ਜਿਹੜੀ ਉਹ ਕੁੜੀ ਅੰਮ੍ਰਿਤਪਾਲ ਕੌਰ ਉੱਥੇ ਫਸੀ ਸੀਗੀ, ਔਰ ਜੋ ਉਹ ਰਿਕਾਰਡਿੰਗਾਂ ਜਦੋਂ ਉਸਨੇ ਨਵਜੋਤ ਸਿੰਘ ਧਾਲੀਵਾਲ ਤੇ ਨਿਮਰਤ ਕੌਰ ਹੋਰਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਉਹ ਰਿਕਾਰਡਿੰਗਾਂ ਤੁਹਾਨੂੰ ਅੰਦਰ ਤੱਕ ਹਿਲਾ ਦੇਣਗੀਆਂ, ਤੁਹਾਡੇ ਅੰਦਰ ਤੱਕ ਇਹੋ ਜਿਹਾ ਡਰ ਪੈਦਾ ਕਰ ਦੇਣਗੀਆਂ ਕਿ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਜਿਹੜੀਆਂ ਪੰਜਾਬ ਦੀਆਂ ਸਾਡੀਆਂ ਧੀਆਂ ਨੇ ਉਹਨਾਂ ਨੂੰ ਕਿਵੇਂ
ਬੇਵਕੂਫ ਬਣਾ ਕੇ, ਮੂਰਖ ਬਣਾ ਕੇ ਇੱਥੋਂ ਏਜੰਟ ਚੁੱਕਦੇ ਨੇ ਔਰ ਚੁੱਕ ਕੇ ਬਾਹਰ ਵੇਚ ਦਿੰਦੇ ਨੇ। ਇਹ तमाम ਜਿਹੜੀ ਇੰਟਰਵਿਊ ਹੈਗੀ ਆ ਮੈਨੇਜਿੰਗ ਐਡੀਟਰ ਸਾਡੇ ਨਿਮਰਤ ਕੌਰ ਦੇ ਨਾਲ ਹੋਈ ਹੈ, ਜਿਹੜੀ ਉਸ ਅੰਮ੍ਰਿਤਪਾਲ ਕੌਰ ਕੁੜੀ ਨੇ ਕੀਤੀ ਹੈ। ਦਿੱਲੀ ਜਿਵੇਂ ਹੀ ਉਹ ਲੈਂਡ ਕੀਤੀ ਹੈ, ਸਾਡੇ ਦਫ਼ਤਰ ਪਹੁੰਚੀ ਔਰ ਉਹਨੇ ਕੱਲਾ ਪੱਖ ਸਾਡੇ ਨਾਲ ਸਾਂਝਾ ਕੀਤਾ। ਉਹ ਜਲਦੀ ਚੈਨਲ ਤੇ ਤੁਸੀਂ ਦੇਖੋਗੇ। ਬਿਲਕੁਲ। ਔਰ ਮੈਂ ਬਸ ਇਹ ਗੱਲ ਕਹਿੰਦਾ ਹੋਇਆ ਇਸ ਗੱਲਬਾਤ ਨੂੰ ਇੱਥੇ ਹੀ ਵਿਰਾਮ ਦੇਵਾਂਗਾ ਕਿ ਜਿਵੇਂ ਪਹਿਲਾਂ ਅਬਦਾਲੀ ਦੇ ਬਾਜ਼ਾਰਾਂ ਦੇ ਵਿੱਚ ਸਾਡੀਆਂ ਕੁੜੀਆਂ ਨੂੰ ਸਰੇਆਮ ਸਰੇ ਬਾਜ਼ਾਰ ਵੇਚਿਆ ਜਾਂਦਾ ਸੀ, ਅੱਜ ਇੱਕ ਹੋਰ ਤੌਰ ਤਰੀਕੇ ਨਾਲ, ਇੱਕ ਹੋਰ ਟਕਵੰਜ ਦੇ ਨਾਲ ਸਾਡੀਆਂ ਕੁੜੀਆਂ ਨੂੰ ਉੱਥੇ ਵਿਕਣ ਲਈ ਜਾਂ ਵੇਚਣ ਲਈ ਸਿਸਟਮ ਮਜਬੂਰ ਕਰ ਰਿਹਾ। ਮੈਂ ਸਿੱਧਾ ਸਵਾਲ ਖੜਾ ਕਰੂੰਗਾ, ਮੈਨੂੰ ਕਿਸੇ ਦਾ ਕੋਈ ਡਰ ਜਾਂ ਭੈ ਨਹੀਂ, ਕਿਉਂਕਿ ਜਿਹੜੀ ਇਨਇਕੁਐਲਿਟੀ ਹੈ ਸਮਾਜ ਦੇ ਅੰਦਰ, ਜਿੱਥੇ ਸਿਰਫ ਤੇ ਕੁਝ ਚੌਧਰ ਤੇ ਕੁਝ ਨਾਡੂ ਖਾਨਾ ਦੇ ਹੱਥ ਮੁਲਕ ਦੀਆਂ ਚਾਬੀਆਂ ਤਜੌਰੀਆਂ ਰਹਿ ਗਈਆਂ ਨੇ, ਤੇ ਫਿਰ ਜਦੋਂ ਇਨਇਕੁਐਲਿਟੀ ਦੇ ਵਿੱਚ ਜਦੋਂ ਇਹ ਗਰੀਬੀ ਅਮੀਰੀ ਦਾ ਪਾੜਾ ਵੱਧਦਾ, ਫਿਰ ਲੋਕ ਮਜਬੂਰੀ ਵਸ ਹਰ ਹੀਲਾ ਹਰਬਾ ਵਰਤਦੇ ਆ, ਪਰ ਉਸ ਦੇ ਵਿੱਚ ਕਿਤੇ ਜਿਸਮਾਨੀ ਸ਼ੋਸ਼ਣ ਦਾ ਜ਼ਿਕਰ ਨਹੀਂ ਹੁੰਦਾ, ਪਰ ਉਸ ਨੂੰ ਜਿਸਮਾਨੀ ਸ਼ੋਸ਼ਣ ਦੇ ਆਧਾਰ ਦੇ ਉੱਤੇ ਵਰਤਿਆ ਜਾਂਦਾ ਹੈ। ਤੇ ਫਿਰ ਬੰਦਾ ਰਾਹ ਜਾਂ ਤਾਂ ਉੱਥੋਂ ਬਚਣ ਲਈ ਕੋਈ ਵੀ ਭੱਜਣ ਦਾ ਚੁਣਦਾ ਹੈ ਜਾਂ ਫਿਰ ਆਪਣੀ ਮੌਤ ਚੁਣਦਾ ਹੈ। ਜਿਹੜੇ ਲੋਕ ਆਬਰੂ ਦੇ ਉੱਤੇ ਖੜੇ ਹੁੰਦੇ ਆ, ਉਹ ਕਦੇ ਜ਼ਮੀਰਾਂ ਨਾਲ ਸਮਝੌਤੇ ਨਹੀਂ ਕਰਿਆ ਕਰਦੇ। ਕੈਮਰਾਮੈਨ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਮੈਂ ਤੇ ਲੰਕੇਸ਼ ਤਰੀਖਾ, ਰੋਜ਼ਾਨਾ ਸਪੋਕਸਮੈਨ।